पंजाब हरियाणा हिमाचल भरोसा है ਕੇਂਦਰੀ ਖੇਤੀ ਬਿੱਲਾਂ ਤੋਂ ਬਾਅਦ ਹੁਣ ਪੰਜਾਬ ਦੇ ਕੀ ਹਾਲਾਤ ਹੋਣਗੇ, ਕਿਸਾਨ ਦੇ ਲਈ ਕੀ ਕੁਝ ਬਦਲੇਗਾ, ਜਿਹੜਾ ਫੂਡ ਸਿਕਿਉਰਿਟੀ ਬਿੱਲ ਹੈ ਉਹਦੇ ਤੇ ਕੀ ਪ੍ਰਭਾਵ ਪਵੇਗਾ, ਸਾਰੀਆਂ ਗੱਲਾਂ ਬਾਤਾਂ ਦੇ ਲਈ ਸਾਡੇ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਫੂਡ ਐਂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਨੇ। ਆਸ਼ੂ ਜੀ, ਕਈ ਤਰ੍ਹਾਂ ਦੇ ਖਦਸ਼ੇ ਪੈਦਾ ਹੋ ਗਏ ਨੇ। ਇੱਕ ਪਾਸੇ ਤਾਂ ਕਿਸਾਨੀ ਦੀ ਗੱਲ ਹੋ ਹੀ ਰਹੀ ਹੈ, ਨਾਲ ਦੂਜੇ ਪਾਸੇ ਫੂਡ ਐਂਡ ਸਿਕਿਉਰਿਟੀ ਬਿੱਲ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਉੱਠ ਖੜੇ ਨੇ। ਪਹਿਲਾਂ ਕਿਸਾਨੀ ਦੀ ਗੱਲ ਕਰਦੇ ਹਾਂ ਕਿ ਹੁਣ ਸਿੱਧੇ ਤੌਰ ਤੇ, ਕਿਉਂਕਿ ਤੁਸੀਂ ਸਿੱਧੇ ਤੌਰ ਤੇ ਕਿਸਾਨ ਦੀ ਖਰੀਦ ਨਾਲ ਜੁੜੇ ਹੋਏ ਹੋ, ਕਿਸਾਨ ਦੀ ਫਸਲ ਹੈ ਜਿਹੜੀ ਉਹ ਤੁਹਾਡੇ ਥਰੂ ਵਿਕਦੀ ਹੈ, ਤਾਂ ਹੁਣ ਕਿਸਾਨ ਦਾ ਕੀ ਕੁਝ ਬਦਲ ਜੇ? ਦੇਖੋ, ਜਿਹੜਾ ਤਾਂ ਸਭ ਤੋਂ ਵੱਡਾ ਖਦਸ਼ਾ ਹੈ ਕਿਸਾਨ ਨੂੰ ਵੀ ਸਾਡੀ MSP ਖਤਮ ਹੋ ਜਾਏਗੀ, ਔਰ ਬੜਾ ਵਾਜਬ ਜਿਹਾ ਖਦਸ਼ਾ ਹੈ, ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਵੀ ਪੰਜਾਬ ਔਰ ਹਰਿਆਣੇ 'ਚ ਦੋ ਜਗ੍ਹਾ 'ਚ ਹੀ ਇਹ ਜਿਹੜੀ MSP ਦੀ ਦੋ ਜਿਨਸਾਂ ਦੀ ਖਰੀਦ ਹੁੰਦੀ ਹੈ, ਇੱਕ ਕਣਕ ਦੀ ਔਰ ਇੱਕ ਝੋਨੇ ਦੀ। MSP ਤਾਂ ਹੋਰ ਵੀ ਕਈ ਫਸਲਾਂ 'ਤੇ ਲੱਗਦੀ, ਪਰ ਉਹਨਾਂ ਦੀ ਪ੍ਰੋਕਿਉਰਮੈਂਟ ਹੈ ਨਹੀਂ ਸਰਕਾਰ ਵੱਲੋਂ। ਅਸੀਂ FCI ਦੇ ਬਿਹਾਫ 'ਤੇ ਨੋ ਡਾਊਟ ਪ੍ਰੋਕਿਉਰਮੈਂਟ ਕਰਦੇ ਹਾਂ, ਪਰ ਉਹ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੇ ਇਹ ਵੀ ਦੋ ਫਸਲਾਂ ਦੀ ਪ੍ਰੋਕਿਉਰਮੈਂਟ ਕਿਉਂ ਹੁੰਦੀ ਹੈ ਉਹਦਾ ਪਿੰਡਾ ਛਡਾਉਣ ਨੂੰ ਫਿਰਦੇ ਆ। ਇਹਦੇ ਕਰਕੇ ਬੈਕਡੋਰ ਤੋਂ ਇਹ ਆਰਡੀਨੈਂਸ ਲੈ ਆਉਂਦੇ। ਆਰਡੀਨੈਂਸ ਸਾਰਿਆਂ ਨੂੰ ਪਤਾ ਹੈ ਐਗਰੀਕਲਚਰ ਸਟੇਟ ਸਬਜੈਕਟ ਹੈ। ਫਿਰ ਅਗਰ ਤੁਸੀਂ ਕੋਈ ਕਲੌਜ਼ ਨੂੰ ਵਰਤ ਕੇ ਇਹ ਆਰਡੀਨੈਂਸ ਲਿਆਣੇ ਆ, ਘੱਟੋ ਘੱਟ ਜਿਹੜੇ ਸਟੇਕ ਹੋਲਡਰ ਹੈ ਉਹਨਾਂ ਨਾਲ ਕੋਈ ਗੱਲਬਾਤ ਤਾਂ ਕਰ ਲਓ, ਉਹਨਾਂ ਦੇ ਖਦਸ਼ੇ ਜਿਹੜੇ ਉਹ ਤਾਂ ਐਡਰੈਸ ਕਰ ਲਓ। ਆਰਡੀਨੈਂਸ ਜਾਰੀ ਕੀਤੇ, ਉਹਦੇ 'ਚ ਵੀ ਜਦੋਂ ਵੀਡੀਓ ਕਾਨਫਰੰਸ ਹੁੰਦੀ ਹੈ ਐਡੇ ਹੇਸਟਲੀ ਐਡੀ ਤੇਜ਼ੀ ਨਾਲ ਕੀਤੇ ਗਏ, ਪਤਾ ਨਹੀਂ ਕਿਹੜੀ ਪਰਲੋ ਆਉਣ ਲੱਗੀ ਸੀ ਵੀ ਸਾਡੇ ਐਗਰੀਕਲਚਰ ਸੈਕਟਰੀ ਨੂੰ ਇਹ ਕਿਹਾ ਜਾਂਦਾ ਵੀ ਤੁਹਾਡੇ ਸੁਜੈਸ਼ਨ ਨਹੀਂ ਮੰਗੇ ਮੀਟਿੰਗ 'ਚ, ਵੀ ਅਸੀਂ ਤਾਂ ਤੁਹਾਨੂੰ ਦੱਸਣ ਨੂੰ ਮੀਟਿੰਗ ਸੱਦੀ ਆ ਵੀ ਅਸੀਂ ਸ਼ਾਮ ਨੂੰ ਆਰਡੀਨੈਂਸ ਇਸ਼ੂ ਕਰ ਰਹੇ ਹਾਂ। ਕੇਂਦਰ ਤਾਂ ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਨੂੰ ਬੁਲਾਇਆ, ਉਹ ਕਹਿੰਦੇ ਮੁੱਖ ਮੰਤਰੀ ਸਾਹਿਬ ਆਏ, ਉਹਨਾਂ ਨੇ ਪਾਰਲੀਮੈਂਟ 'ਚ ਸਟੇਟਮੈਂਟ ਦੇ ਦਿੱਤੀ, ਉਹ ਕਹਿੰਦੇ ਤੁਹਾਡੇ ਵਿੱਤ ਮੰਤਰੀ ਸਾਹਿਬ ਆਏ। ਵਿੱਤ ਮੰਤਰੀ ਸਾਹਿਬ ਨੂੰ ਜਿਹੜੀ ਮੀਟਿੰਗ, ਸਭ ਤੋਂ ਪਹਿਲੀ ਮੀਟਿੰਗ ਜਦੋਂ ਹੋਈ ਉਹਦੇ 'ਚ ਤਾਂ ਪੰਜਾਬ ਨੂੰ ਸੱਦਿਆ ਹੀ ਨਹੀਂ ਗਿਆ। CM ਸਾਹਿਬ ਨੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਆ ਕੇ ਪ੍ਰੈਸ ਵਿੱਚ, ਜਦੋਂ ਆਬਜੈਕਸ਼ਨ ਇਹਨਾਂ ਨੇ ਕੀਤਾ ਉਹ ਤਾਂ ਔਨ ਰਿਕਾਰਡ ਆ ਗੱਲਾਂ ਵੀ ਸਾਨੂੰ ਤੁਸੀਂ ਸੱਦਿਆ ਹੀ ਨਹੀਂ ਗਿਆ, ਇਹਦੇ ਤੇ ਡਿਸਕਸ਼ਨ ਚੱਲ ਰਹੀ ਹੈ। ਤਾਂ ਉਹਨਾਂ ਨੇ ਅਗਲੀ ਮੀਟਿੰਗ 'ਚ ਸਾਡੇ FM ਨੂੰ ਸੱਦਿਆ ਤੇ ਉੱਥੇ ਡਿਸਕਸ਼ਨ ਕਰ ਲਏ ਫਾਈਨੈਂਸ਼ੀਅਲ ਇਸ਼ੂਜ਼ ਦੀ ਹੋਈ। ਇਹ ਆਰਡੀਨੈਂਸ ਕਿਸ ਤਰੀਕੇ ਦਾ ਬਣਨਾ ਹੈ, ਕੀ ਇਹਦੀ ਇੰਪਲੀਮੈਂਟੇਸ਼ਨ ਹੈ, ਇਹਦੇ ਬਾਰੇ ਕੋਈ ਗਿਆਨ ਨਹੀਂ ਦਿੱਤਾ ਗਿਆ। ਤੀਸਰੀ ਮੀਟਿੰਗ ਜਿਹੜੀ ਸੈਕਟਰੀ ਲੈਵਲ ਤੇ ਹੁੰਦੀ ਹੈ, ਯੂਨੀਅਨ ਮਿਨਿਸਟਰ ਦੇ ਸੈਕਟਰੀ ਕਹਿੰਦੇ ਆ ਸਾਡੇ ਸੈਕਟਰੀ ਐਗਰੀਕਲਚਰ ਨੂੰ ਵੀ ਅਸੀਂ ਤੁਹਾਡੇ ਸੁਜੈਸ਼ਨ ਨਹੀਂ ਲੈਣੇ, ਅਸੀਂ ਤਾਂ ਇਹ ਤੁਹਾਨੂੰ ਦੱਸਣ ਨੂੰ ਕਰਿਆ ਵੀ ਇਹ ਅਸੀਂ ਆਰਡੀਨੈਂਸ ਇਸ਼ੂ ਕਰਨ ਜਾ ਰਹੇ ਹਾਂ, ਕਿਉਂਕਿ ਕੈਬਨਿਟ ਦੇ ਵਿੱਚ ਉਹਨਾਂ ਨੇ ਕਲੀਅਰ ਕਰਾ ਲਏ ਸੀਗੇ। ਹੁਣ ਜਦੋਂ ਸਰਕਾਰ ਨੂੰ ਕੌਨਫੀਡੈਂਸ 'ਚ ਨਹੀਂ ਤੁਸੀਂ ਲੈਂਦੇ, ਜਿਹੜੇ ਸਟੇਕ ਹੋਲਡਰ ਆ ਉਹਨਾਂ ਨੂੰ ਕੌਨਫੀਡੈਂਸ 'ਚ ਨਹੀਂ ਲੈਂਦੇ, ਉਸ ਕੈਬਨਿਟ ਦੇ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਦੇ ਇੱਕ ਮੰਤਰੀ ਤਾਂ ਬੈਠੇ ਆ ਜਿਹੜੇ ਅੱਜ ਯੂ ਟਰਨ ਲੈ ਗਏ। ਪਰ ਉਹ ਕਹਿੰਦੇ ਸਾਨੂੰ ਕਿਸੇ ਨੇ ਪੁੱਛਿਆ ਨਹੀਂ, ਦੱਸਿਆ ਨਹੀਂ। ਉਹ ਕਹਿੰਦੇ ਉਹ ਤਾਂ ਸਿੱਧੇ ਤੌਰ ਤੇ ਪਾਰਲੀਮੈਂਟ 'ਚ ਆ ਕੇ ਜਦੋਂ ਕੋਈ ਪਾਰਟੀ ਦਾ ਪ੍ਰਧਾਨ ਔਰ MP ਐਡੀ ਵੱਡੀ ਗੱਲ ਕਹਿ ਦੇ ਕਿ ਸਾਡੇ ਜਿਹੜੇ ਸਹਿਯੋਗੀ ਨੇ ਸਾਨੂੰ ਨਾ ਉਹਨਾਂ ਨੇ ਪੁੱਛਿਆ ਨਾ ਦੱਸਿਆ ਜੀ, ਤਾਂ ਉਸ ਤੋਂ ਬਾਅਦ ਅਸੀਂ ਫਿਰ ਉਹਨਾਂ ਨੂੰ ਕੀ ਸਵਾਲ ਕਰ ਸਕਦੇ ਹਾਂ? ਜਿਸ ਦਿਨ ਆਰਡੀਨੈਂਸ ਤੁਸੀਂ ਇਹ ਤਾਂ ਜਾਣਦੇ ਹੋ ਨਾ ਵੀ ਕੰਮ ਕਿਵੇਂ ਚੱਲਦੇ ਆ ਸਰਕਾਰਾਂ ਦੇ। ਆਰਡੀਨੈਂਸ ਇਸ਼ੂ ਹੋਣ ਤੋਂ ਪਹਿਲਾਂ ਕੈਬਨਿਟ 'ਚ ਡਿਸਕਸ ਤਾਂ ਹੁੰਦਾ ਹੈ। ਉਹਦੇ ਕੈਬਨਿਟ 'ਚ ਵਿਰੋਧ ਕੀਤਾ ਸੀ, ਕੈਬਨਿਟ 'ਚ ਕਾਂਗਰਸ ਪ੍ਰਚਾਰ ਵਾਲੇ ਪਾਸੇ ਲੱਗੇ ਆ। ਨਹੀਂ ਪ੍ਰਚਾਰ ਨਹੀਂ ਸਾਹਿਬ, ਜੇ ਕੈਬਨਿਟ 'ਚ ਵਿਰੋਧ ਕੀਤਾ ਸੀਗਾ ਤੇ ਨਿਕਲ ਕੇ ਬਾਹਰ ਵਿਰੋਧ ਜਾਰੀ ਰਹਿੰਦਾ ਸਾਹਿਬ। 3 ਮਹੀਨੇ ਤਾਈਂ ਉਹਦੀ ਵਕਾਲਤ ਕਿਉਂ ਹੋਈ, ਉਹਦੀ ਐਡਵੋਕੇਸੀ ਕਿਉਂ ਹੋਈ? ਅਗਰ ਤੁਹਾਡੇ ਤੇ ਇਹ ਬਾਈਂਡਿੰਗ ਹੈ ਵੀ ਜੋ ਕੈਬਨਿਟ 'ਚ ਹੋ ਜਾਏ ਉਹਦੇ ਵਾਸਤੇ ਸਾਰਿਆਂ ਦੀ ਇਕੱਠੀ ਜ਼ਿੰਮੇਵਾਰੀ ਰਹਿੰਦੀ ਹੈ, ਇਹ ਤੁਹਾਡੇ ਤੇ ਬਾਈਂਡਿੰਗ ਹੈ, ਤਾਂ ਤੁਹਾਡੇ ਸਾਰੇ ਸੂਬੇ ਦੇ ਅਗੇਂਸਟ ਇੱਕ ਡਿਸੀਜਨ ਹੋ ਗਿਆ, ਤੁਸੀਂ ਉਦੋਂ ਛੱਡ ਜਾਓ। ਸਭ ਇਹ ਸਭ ਗੱਲਾਂ ਝੂਠੀਆਂ ਨੇ। ਜਿਹੜੇ ਵਿੱਚ ਬੈਠ ਕੇ ਫੈਸਲੇ ਕਰਾਉਂਦੇ ਅੱਜ ਉਹ ਸਾਨੂੰ ਝੂਠਾ ਕਹਿੰਦੇ ਆ, ਜਿਹੜੇ ਉਦੋਂ ਦੇ ਹੀ ਰੌਲਾ ਪਾ ਰਹੇ ਆ ਵੀ ਇਹ ਗਲਤ ਹੋ ਗਿਆ, ਗਲਤ ਹੋ ਗਿਆ। ਜਿਹੜੇ ਉਦੋਂ ਦੇ ਹੀ ਕਹਿ ਰਹੇ ਆ ਵੀ ਸਾਨੂੰ ਪੁੱਛਿਆ ਨਹੀਂ ਗਿਆ। ਸਾਰੀਆਂ ਔਨ ਰਿਕਾਰਡ ਗੱਲਾਂ ਆ। ਅੱਜ ਕੋਈ ਮੈਨੀਫੈਸਟੋ ਦਿਖਾਈ ਜਾਂਦੇ, ਕੁਝ ਦਿਖਾਈ ਜਾਂਦੇ ਜਿਹਦੇ 'ਚ ਕੋਈ ਗੱਲਾਂ ਨਹੀਂ ਹੈ। ਜਦੋਂ ਇਹਦੀ ਵੀ ਵਕਾਲਤ ਕਰਦੇ ਸੀ ਤਾਂ ਇਹ ਕਹਿੰਦੇ ਸੀ 2017 ਦੇ ਵਿੱਚ ਕੈਪਟਨ ਸਰਕਾਰ ਨੇ ਇੱਕ ਫੈਸਲਾ ਲਿੱਤਾ ਸੀ, ਉਦੋਂ ਇਹ ਤਾਂ ਉਦੋਂ ਵੀ ਇਹ ਕਹਿੰਦੇ ਸੀ। ਤੁਹਾਡਾ ਕੇਂਦਰੀ ਚੋਣ ਮੈਨੀਫੈਸਟੋ ਵੀ ਦਿਖਾਇਆ ਜਾ ਰਿਹਾ। ਹਾਂ ਦਿਖਾਇਆ, ਉਹਦੇ 'ਚ ਇਹੋ ਜਿਹਾ ਕੋਈ ਗੱਲ ਹੀ ਨਹੀਂ ਹੈ। ਜਿਹੜੀਆਂ ਲਾਈਨਾਂ ਪੜਾਉਂਦੇ ਨੇ, ਮੈਂ ਕਿਹਾ ਇਹੋ ਜਿਹੀ ਕੋਈ ਗੱਲ ਹੀ ਨਹੀਂ ਹੈ।
ਜੇ ਸਾਡੇ ਮੈਨੀਫੈਸਟੋ ਨੂੰ ਇਹ ਮੰਨਦੇ ਹੈ ਤਾਂ ਇਹਦਾ ਮਤਲਬ ਇਹ ਸਾਰਾ ਕੁਝ ਉੱਥੇ ਹੁੰਦੇ ਰਹਿਣ ਦੇਣਗੇ ਔਰ ਵਿੱਚ ਭਾਈਵਾਲ ਬਣੇ ਬੈਠੇ ਰਹਿਣਗੇ। ਇਹ ਸਭ ਹੁਣ ਪੋਲਿਟਿਕਸ ਹੋ ਰਹੀ ਹੈ ਜੀ, ਕੋਈ ਗੱਲਾਂ ਨਹੀਂ। ਤੁਸੀਂ ਇਹ ਜਾਣਦੇ ਹੋ, ਸਾਰਾ ਪੰਜਾਬ ਜਾਣਦਾ ਹੈ, ਕਿਸਾਨ ਜਾਣਦੇ, ਸਾਰੇ ਹਿੰਦੁਸਤਾਨ ਦੇ ਕਿਸਾਨ ਜਾਣਦੇ ਵੀ ਜਿਸ ਦਿਨ ਆਰਡੀਨੈਂਸ ਹੋਏ ਸੀਗੇ ਉਸੇ ਦਿਨ ਤੋਂ ਕੈਪਟਨ ਅਮਰਿੰਦਰ ਸਿੰਘ ਇਹਦੇ ਖਿਲਾਫ ਖੜੇ, ਆਵਾਜ਼ ਚੱਕੀ, ਇੱਕੋ ਦਮ ਆਲ ਪਾਰਟੀ ਮੀਟਿੰਗ ਸੱਦੀ। ਆਲ ਪਾਰਟੀ ਮੀਟਿੰਗ 'ਚ ਵੀ ਸਾਰੀਆਂ ਪਾਰਟੀਆਂ, ਖੱਬੇ ਪੱਕੀ ਪਾਰਟੀਆਂ, ਆਮ ਆਦਮੀ ਪਾਰਟੀ, BSP, ਸਾਰੇ ਇਕਜੁੱਟ ਹੋ ਕੇ ਕੇਂਦਰ ਸਰਕਾਰ ਨੂੰ ਇਹਨੂੰ ਰੀਕਨਸੀਡਰ ਕਰਨ ਨੂੰ ਕਹਿ ਰਹੇ। ਉੱਥੇ ਵੀ ਦੋਨੋਂ ਪਾਰਟੀਆਂ ਨਹੀਂ, ਪਰ ਹੁਣ ਤਾਂ ਦੇਖੋ ਜੀ ਸਾਰੇ ਤੁਸੀਂ ਖਿਲਾਫ ਹੋ। ਸਭ ਮੈਂ ਕਹਿ ਰਿਹਾ, ਹੁਣ ਇਕੱਠੇ ਹੋ ਕੇ ਦੇਖ ਲਓ। ਮੈਂ ਤਾਂ ਬਿਲਕੁਲ ਕਹਿ ਰਿਹਾ। ਜਦੋਂ ਪਹਿਲੀ ਗੱਲ ਦਾ ਤੁਹਾਡੀ ਦਾ ਜਵਾਬ ਦਿੱਤਾ ਉਹਨਾਂ ਦਾ ਵੀ ਉਹ ਕਹਿੰਦੇ ਜੀ ਸਾਨੂੰ ਪੁੱਛਿਆ ਹੀ ਨਹੀਂ ਗਿਆ, ਉਹ ਗੱਲ ਬਿਲਕੁਲ ਗਲਤ ਆ। ਆਪਾਂ 3 ਮਹੀਨੇ ਇਹਦੀ ਵਕਾਲਤ ਕਰਨ ਤੋਂ ਬਾਅਦ ਹੁਣ ਜਦੋਂ ਕਿਸਾਨਾਂ ਦੀ ਤਾਕਤ ਦੇਖੀ ਤੇ ਉਸ ਤੋਂ ਬਾਅਦ ਆਪਣਾ ਮਨ ਬਦਲਿਆ, ਨਹੀਂ ਤਾਂ ਅਸੀਂ ਕੁਰਸੀ ਮਗਰ ਹੀ ਚਮੜੇ ਰਹੇ। ਪਰ ਅੱਜ ਦੇਰ ਆਏ ਦਰੁਸਤ ਆਏ। ਅੱਜ ਵੀ ਮੈਂ ਕਹਿਣਾ ਸਾਡਾ ਮਕਸਦ ਪੋਲਿਟਿਕਸ ਤੋਂ ਉੱਪਰ ਉੱਠ ਕੇ ਇਸ ਆਰਡੀਨੈਂਸਾਂ ਨੂੰ ਵਾਪਸ ਕਰਾਉਣ ਦਾ ਹੋਣਾ ਚਾਹੀਦਾ। ਜੇ ਅੱਜ ਉਹਨਾਂ ਨੇ ਸੋਚ ਹੀ ਲਿਆ ਵੀ ਅਸੀਂ ਕਿਸਾਨਾਂ ਦੇ ਨਾਲ ਖੜਨਾ, ਜਿਹੜਾ ਬਿਲਕੁਲ ਠੀਕ ਬਣਦਾ ਇਸ ਵੇਲੇ, ਰੱਬ ਨੇ ਉਹਨਾਂ ਨੂੰ ਸੋਝੀ ਦੇਤੀ ਟਾਈਮ ਨਾਲ, ਤਾਂ ਅੱਜ ਸਾਡਾ ਸਭ ਤੋਂ ਪਹਿਲਾ ਫਰਜ਼ ਬਣਦਾ ਵੀ ਇਹ ਆਰਡੀਨੈਂਸਾਂ ਨੂੰ ਦੁਬਾਰਾ ਕਿਸੇ ਨਾ ਕਿਸੇ ਤਰੀਕੇ ਇਹਨੂੰ ਰੀਕਨਸੀਡਰ ਕਰਵਾਈਏ। ਇਹਦੇ 'ਚ ਜੋ ਕਿਸਾਨਾਂ ਦੇ ਖਦਸ਼ੇ ਉਹ ਦੂਰ ਕਰਵਾਈਏ, ਉਹਨਾਂ ਦਾ ਜਿਹੜਾ ਫਿਊਚਰ ਹੈ ਉਹ ਸੇਫ ਰੱਖੀਏ। ਮੰਤਰੀ ਸਾਹਿਬ ਉਹੀ ਗੱਲ ਹੈ ਨਾ, ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਆਪਾਂ ਨਿੱਕੇ ਹੁੰਦੇ ਪੜ੍ਹਦੇ ਰਹੇ ਹਾਂ ਕਿ ਉਹ ਇੱਕ ਜਿਹੜੀ ਆ ਸੋਟੀ ਸੋਖੀ ਟੁੱਟ ਜਾਂਦੀ ਆ, ਉਹ ਫਿਰ ਇਕੱਠੀਆਂ ਕਰਦੇ ਆ, ਟੁੱਟਦੀਆਂ ਨਹੀਂ ਜੀ। ਤੇ ਅੱਜ ਜਿਹੜੇ ਹਾਲਾਤ ਨੇ ਰਾਜਨੀਤੀ ਤਾਂ ਉਹ ਤਾਂ ਹੀ ਹੋਣਾ ਜੀ ਪੰਜਾਬ 'ਚ, ਜੇ ਪੰਜਾਬ 'ਚ ਕੁਝ ਬਚੂਗਾ। ਪੰਜਾਬ ਕੀ ਹੈ? ਪੰਜਾਬ ਦਾ ਕਿਸਾਨ। ਜੇ ਕਿਸਾਨ ਨਹੀਂ ਬਚੂਗਾ ਤਾਂ ਰਾਜਨੀਤੀ ਤਾਂ ਬਹੁਤ ਦੂਰ ਦੀ ਗੱਲ ਹੈ। ਜੇ ਰਾਜਨੀਤੀ ਨਾ ਆਉਂਦੀ ਤਾਂ ਫਿਰ ਤੁਹਾਨੂੰ ਲੋੜ ਹੀ ਨਹੀਂ ਪੈਣੀ ਜੀ। ਸਰਕਾਰਾਂ ਫਿਰ ਨਾਮ ਹੀ ਰਹਿ ਗਈਆਂ ਜੇ ਸਾਰੀਆਂ ਚੀਜ਼ਾਂ ਕੇਂਦਰ ਦੇ ਅਧਿਕਾਰ ਦੇ ਵਿੱਚ ਆਉਣੀਆਂ। ਤਾਂ ਕੀ ਤੁਸੀਂ ਇੱਕ ਮੰਚ ਤੇ ਇਕੱਠਾ ਕਰਨ ਦੇ ਲਈ ਇੱਕ ਦੂਜੇ ਦੇ ਖਿਲਾਫ ਹੁਣ ਸਟੇਟਮੈਂਟਾਂ ਬੰਦ ਹੋ ਕੇ ਕਿ ਟਾਈਮ ਅੱਜ ਐਸਾ ਹੈ ਕਿ ਇਕੱਠੇ ਹੋਣ ਦਾ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਸ ਦੀ ਸ਼ੁਰੂਆਤ ਕਰ ਸਕਦੇ ਹੋ, ਪਹਿਲ ਕਰ ਸਕਦੇ ਹੋ, ਕੈਪਟਨ ਸਾਹਿਬ ਨਾਲ ਗੱਲ ਕਰ ਸਕਦੇ ਹੋ ਜਾਂ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨਾਲ ਗੱਲ ਕਰ ਸਕਦੇ ਹੋ? ਬਰਾੜ ਸਾਹਿਬ, ਮੈਂ ਤੁਹਾਨੂੰ ਉਹੀ ਦੱਸਣ ਲੱਗਿਆ ਸੀਗਾ ਵੀ ਕੈਪਟਨ ਸਾਹਿਬ ਕਦੀ ਇਸ ਚੀਜ਼ ਤੋਂ ਪਿੱਛੇ ਹੀ ਨਹੀਂ ਹਟੇ। ਕੈਪਟਨ ਸਾਹਿਬ ਨੇ ਉਸੇ ਦਿਨ ਹੀ ਪਹਿਲ ਕਰਤੀ ਜਿਸ ਦਿਨ ਆਰਡੀਨੈਂਸ ਇਸ਼ੂ ਹੋਏ, ਆਲ ਪਾਰਟੀ ਮੀਟਿੰਗ ਸੱਦ ਲਈ ਵੀ ਆਪਾਂ ਨੂੰ ਇਕੱਠੇ ਹੋ ਕੇ ਇਹਦੇ ਅਗੇਂਸਟ ਲੜਨਾ ਚਾਹੀਦਾ। ਮੈਂ ਤੁਹਾਨੂੰ ਉਹੀ ਤਾਂ ਦੱਸਿਆ। ਅੱਜ ਵੀ ਕੈਪਟਨ ਸਾਹਿਬ ਨੇ ਇਹ ਕਿਹਾ ਵੀ ਆਓ ਇਕੱਠੇ ਹੋ ਕੇ ਲੜੀਏ, ਅਸੀਂ ਲੜਨ ਦਿੱਲੀ ਜਾਣ ਨੂੰ ਤਿਆਰ ਆ, ਸਾਡੇ ਨਾਲ ਬੈਠੋ। ਪਰ ਤੁਸੀਂ ਆਪ ਸਮਝਦੇ ਹੋ ਵੀ ਇੱਕ ਪਾਸੇ ਅਸੀਂ ਭਾਈਵਾਲੀ 'ਚ ਰਹੀਏ ਉਹਨਾਂ ਨਾਲ, ਦੂਸਰੇ ਪਾਸੇ ਅਸੀਂ ਲੜਨ ਦਾ ਡਰਾਮਾ ਕਰੀਏ, ਲੜਾਈ ਹੋ ਸਕਦੀ ਹੈ। ਕੈਪਟਨ ਸਾਹਿਬ ਅੱਜ ਵੀ ਖੁੱਲੇ ਦਿਲ ਨਾਲ ਬੈਠੇ ਆ ਕਿਉਂਕਿ ਉਹ ਕਿਸਾਨਾਂ ਵਾਸਤੇ ਹੈ, ਉਹ ਆਪਣੇ ਵਾਸਤੇ ਨਹੀਂ, ਉਹ ਪੰਜਾਬ ਵਾਸਤੇ ਸੋਚ ਰਹੇ ਆ ਵੀ ਇਹਦੇ ਦੂਰ ਅੰਦੇਸ਼ੀ ਨਾਲ ਇਫੈਕਟ ਕੀ ਹੋਣੇ ਨੇ। ਜਦੋਂ ਕਿਸਾਨਾਂ ਦਾ ਨੁਕਸਾਨ ਹੋਣਾ ਹੈ, ਲਾਅ ਐਂਡ ਆਰਡਰ ਪੋਜੀਸ਼ਨ ਕ੍ਰੀਏਟ ਹੋਣੀ ਹੈ, ਤਾਂ ਤੁਸੀਂ ਸਮਝਦੇ ਹੋ ਵੀ ਹਾਲਾਤ ਕਿੱਦਾਂ ਵਿਗੜਨੇ ਨੇ। ਅਸਲੀ ਇੱਕ ਸਟਰਕਚਰ ਬਣਿਆ ਹੋਇਆ ਜੀ, ਫੈਡਰਲ ਢਾਂਚਾ, ਕੇਂਦਰ ਦੇ ਆਪਣੇ ਅਧਿਕਾਰ ਨੇ, ਸਾਡੇ ਸਟੇਟਾਂ ਦੇ ਆਪਣੇ ਅਧਿਕਾਰ ਨੇ। ਖੇਤੀ ਸਿੱਧੇ ਤੌਰ ਤੇ ਮੈਨੂੰ ਲੱਗਦਾ ਹੈ ਕਿ ਅੱਜ ਦੇ ਦਿਨਾਂ ਦੇ ਵਿੱਚ, ਪਹਿਲਾਂ ਸ਼ਾਇਦ ਕਿਸੇ ਨੂੰ ਨਾ ਪਤਾ ਹੋਵੇ, ਪਰ ਅੱਜ ਦੇ ਦਿਨਾਂ 'ਚ ਮੈਨੂੰ ਲੱਗਦਾ ਬੱਚੇ ਨੂੰ ਪਤਾ ਲੱਗ ਗਿਆ ਕਿ ਜਿਹੜੀ ਖੇਤੀ ਹੈ ਉਹ ਸਿੱਧੇ ਤੌਰ ਤੇ ਸੂਬੇ ਦਾ ਅਧਿਕਾਰ ਸੀ ਜੀ। ਇਹ ਸੂਬੇ ਦੇ ਆਪਣੇ ਹੱਥ ਦੇ ਵਿੱਚ ਸੀ ਕਾਨੂੰਨ ਬਣਾਉਣੇ, ਲੋਕਤੰਤਰ ਹੈ। ਤਾਂ ਜਦੋਂ ਇਹਨਾਂ ਚੀਜ਼ਾਂ ਦੇ ਵਿੱਚ ਬਦਲਾਅ ਹੋਣ ਲੱਗਿਆ, ਅੱਜ ਖੇਤੀ 'ਚ ਹੋਇਆ, ਐਜੂਕੇਸ਼ਨ 'ਚ ਹੋਇਆ, ਕੱਲ ਨੂੰ ਬਿਜਲੀ 'ਚ ਅਗਰ ਹੋ ਜਾਂਦਾ, ਤਾਂ ਇਸ ਚੀਜ਼ ਨੂੰ ਰੋਕਿਆ ਕਿੱਦਾਂ ਜਾ ਸਕਦਾ ਹੈ? ਇਹ ਰੁਕੇਗਾ ਕਿੱਦਾਂ ਫਿਰ ਜੇ ਸਾਡਾ ਜਿਹੜੇ ਇਸ ਤੋਂ ਪਹਿਲਾਂ ਸੰਵਿਧਾਨ ਹੈ ਜੇ ਉਹਦੇ 'ਚ ਬਦਲਾਅ ਹੋਣ ਲੱਗੇ ਤਾਂ ਫਿਰ ਅਸੀਂ ਸਟੇਟਾਂ ਦੇ ਮਾਇਨੇ ਕੀ ਰਹਿ ਜਾਣਗੇ? ਇਹੀ ਗੱਲ ਕੈਪਟਨ ਸਾਹਿਬ ਨੇ ਕਹੀ। ਜਦੋਂ 3 ਮਹੀਨੇ ਤੁਸੀਂ ਪਿਛਲੇ 3.5 ਮਹੀਨੇ ਆਰਡੀਨੈਂਸਾਂ ਤੋਂ ਬਿੱਲ ਦੇ ਵਿੱਚ ਕਨਵਰਟ ਹੋਣ ਤੋਂ ਵਿਚਾਲੇ ਟਾਈਮ ਸੀਗਾ ਜਿਹਦੇ ਸੁਖਬੀਰ ਜੀ ਇਹ ਕਹਿੰਦੇ ਸੀ ਮੈਂ ਗਰੰਟੀ ਕਰਦਾ MSP ਕਿਤੇ ਨਹੀਂ ਜਾਊ, ਮੈਂ ਗਰੰਟੀ ਕਰਦਾ MSP ਕਿਤੇ ਨਹੀਂ ਜਾਊ। ਹੁਣ ਮੋਦੀ ਸਾਹਿਬ ਤੇ ਹੁਣ ਤੋਮਰ ਸਾਹਿਬ ਕਹਿਣ ਲੱਗੇ, ਉਸ ਤੋਂ ਬਾਅਦ ਮੋਦੀ ਸਾਹਿਬ ਨੇ ਵੀ ਕਹਿਤਾ MSP ਕਿੱਧਰ ਨਹੀਂ ਜਾਊ। ਪਰ ਜਿਹੜੇ ਕਿਸਾਨ ਦਾ ਖਦਸ਼ਾ ਕੌਣ ਦੂਰ ਕਰੂ? ਤੇ ਦੂਸਰਾ ਜਿਹੜੀਆਂ ਗਰੰਟੀਆਂ ਦੀ ਗੱਲ ਕਰਦੇ ਆ, ਗਰੰਟੀਆਂ ਸਰ ਕਿੱਥੇ ਰਹਿ ਗਈਆਂ? ਤੁਸੀਂ ਹੁਣੇ ਹੀ ਐਗਰੀਕਲਚਰ 'ਚ ਜਿਹੜੇ ਸਟੇਟਾਂ ਦਾ ਅਖਤਿਆਰ ਖੋਲਿਆ, ਆਪ ਆਰਡੀਨੈਂਸ ਇਸ਼ੂ ਕਰਤੇ ਬਗੈਰ ਸਟੇਟਾਂ ਨੂੰ ਕੌਨਫੀਡੈਂਸ 'ਚ ਲਏ। ਦੂਸਰੀ ਗੱਲ GST ਤੇ ਉਹਨਾਂ ਦੀ ਗਰੰਟੀ ਸੀਗੀ ਸੈਂਟਰ ਦੀ, ਅੱਜ ਵੀ 6 ਮਹੀਨੇ ਨਹੀਂ ਮਿਲਦੀ। ਕਿੱਥੇ ਖੜੀ ਹੈ ਗਰੰਟੀ ਸਰ? ਕਾਂਸਟੀਟਿਊਸ਼ਨਲ ਗਰੰਟੀਆਂ ਕਿੱਥੇ ਗਈਆਂ ਜੀ? ਰੋਜ਼ ਤੁਸੀਂ ਚੱਕਦੇ ਹੋ, ਤੁਹਾਡੇ ਕੋਲ ਇੰਨੀ ਮੈਜੋਰਿਟੀ ਹੈ ਤਕੜੀ, ਤੁਸੀਂ ਜਦੋਂ ਮਰਜ਼ੀ ਚਾਹੁੰਦੇ ਹੋ ਕਾਂਸਟੀਟਿਊਸ਼ਨ ਅਮੈਂਡ ਕਰ ਦਿੰਦੇ ਹੋ ਆਪਣੇ ਹਿਸਾਬ ਨਾਲ। ਕਿੱਥੇ ਰਹਿ ਗਈ ਸਰ ਗਰੰਟੀ? ਕਿਹਦੀ ਗਰੰਟੀ ਸਰ? ਅੱਜ ਮਜ਼ਾਕ ਬਣ ਕੇ ਰਹਿ ਗਿਆ ਹਿੰਦੁਸਤਾਨ ਦਾ ਢਾਂਚਾ। ਕਿਸਾਨ ਸੜਕਾਂ ਤੇ ਖੜੇ ਆ ਤੇ ਉਹਨਾਂ ਨੂੰ ਕਹਿ ਰਿਹਾ ਵੀ ਵਰਗਲਾਇਆ ਜਾ ਰਿਹਾ
ਪੰਜਾਬ ਦਾ ਕਿਸਾਨ ਵਰਗਲਾਇਆ ਜਾ ਸਕਦਾ ਸਾਹਿਬ? ਉਹਨਾਂ ਨੂੰ ਬਕਾਇਦਾ ਤੌਰ ਤੇ ਉਹੀ ਕਿਸਾਨਾਂ ਨੂੰ ਸੱਦਿਆ ਵੀ ਇਹ ਆਰਡੀਨੈਂਸਿਸ ਤੇ ਆਪਾਂ ਡਿਸਕਸ ਕਰੀਏ। ਸੀਐਮ ਸਾਹਿਬ ਨੇ ਸਾਰਿਆਂ ਨੇ ਇਕਜੁੱਟ ਹੋ ਕੇ, ਕਿਤੇ ਉਹ ਪੜ੍ਹ ਕੇ ਨਹੀਂ ਆਏ ਸਰ। ਸਾਡਾ ਐਡਾ ਪ੍ਰੋਗਰੈਸਿਵ ਕਿਸਾਨ ਆ ਜਿਨ੍ਹਾਂ ਨੇ ਇੱਥੇ ਗ੍ਰੀਨ ਰੈਵੋਲੂਸ਼ਨ ਲਿਆਂਦਾ, ਫਸਲਾਂ ਇਸ ਲੈਵਲ ਤਾਈਂ ਉਗਾਈਆਂ, ਇਸ ਲੈਵਲ ਤਾਈਂ ਪ੍ਰੋਡਕਸ਼ਨ ਕੀਤੀ ਵੀ ਸਾਰੇ ਹਿੰਦੁਸਤਾਨ ਦਾ ਢਿੱਡ ਭਰਿਆ। ਮੰਡੀ ਬੋਰਡ ਦਾ ਇੱਕ ਵੱਡਾ ਸਟਰਕਚਰ ਹੈ ਜੀ ਸਾਡੇ, ਔਰ ਮੰਡੀ ਬੋਰਡ ਨੂੰ ਕੱਲਾ ਤੁਸੀਂ ਮੰਡੀਆਂ ਨਾਲ ਨਹੀਂ ਜੋੜ ਕੇ ਦੇਖ ਸਕਦੇ। ਮੰਡੀ ਬੋਰਡ ਦਾ ਮਤਲਬ ਹੈ ਸੂਬੇ ਦੀ ਸਿੱਧੇ ਤੌਰ ਤੇ ਪੇਂਡੂ ਇਲਾਕੇ ਦੀ ਡਿਵੈਲਪਮੈਂਟ, ਹਾਲਾਂਕਿ ਸ਼ਹਿਰੀ ਇਲਾਕੇ ਦੀ ਡਿਵੈਲਪਮੈਂਟ ਵੀ ਹੈ ਜੀ। ਔਰ 3600 ਕਰੋੜ ਦੇ ਆਸ-ਪਾਸ ਜਿੰਨਾ ਸਾਡਾ ਅੰਦਾਜ਼ਾ ਹੈ ਕਿ ਮੈਨੂੰ ਲੱਗਦਾ ਸਾਲਾਨਾ ਸਟੇਟ ਨੂੰ ਇਹਦਾ ਘਾਟਾ ਪੈਣਾ ਜੀ। ਤਾਂ ਕੀ ਲੱਗਦਾ ਹੈ ਅਗਰ ਮੰਡੀਆਂ 'ਚ ਬਦਲਾਅ ਹੁੰਦਾ ਤਾਂ ਆਉਣ ਵਾਲੇ ਟਾਈਮ 'ਚ ਸੂਬੇ ਦੇ ਹਾਲਾਤ ਕੀ ਹੋਣਗੇ ਜਦੋਂ ਪ੍ਰਾਈਵੇਟ ਤੌਰ ਤੇ ਸਿੱਧੀਆਂ ਮੰਡੀਆਂ ਦੀ ਜਿਹੜੀ ਖਰੀਦ ਹੋਈ? ਬਹੁਤ ਇਫੈਕਟ ਪੈਣਾ ਜੀ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇੱਥੇ ਕਿਹੜਾ ਕੋਈ ਬੜੀ ਵੱਡੀ ਇੰਡਸਟਰੀ ਹੈਗੀ ਸਾਹਿਬ। ਜਦੋਂ GST ਲਾਗੂ ਹੋਈ ਸੀਗੀ ਉਦੋਂ ਸਾਡਾ 25% ਰੈਵਨਿਊ, ਕਿਉਂਕਿ ਅਸੀਂ ਐਗਰੀਕਲਚਰ ਸੀ, ਉਹ ਕਹਿੰਦੇ ਐਗਰੀਕਲਚਰ ਅਸੀਂ ਜ਼ੀਰੋ ਕਰਨਾ, ਐ ਉਡਾਤਾ। ਹੁਣ GST ਦੇ ਵਿੱਚ 2022 ਤੋਂ ਬਾਅਦ ਜਦੋਂ ਗਰੰਟੀ ਪੀਰੀਅਡ 5 ਸਾਲ ਦਾ ਖਤਮ ਹੋਣਾ ਹੈ ਤਾਂ ਪੰਜਾਬ ਦੇ ਕੋਲ ਆਮਦਨ ਕਿੱਥੇ ਰਹਿਣੀ ਹੈ? ਤੇ ਜਿਹੜੀ ਇਹ ਆਮਦਨ ਸੀ ਜਿਹਦੇ ਨਾਲ ਅੱਜ ਜੇ ਪੰਜਾਬ ਔਰ ਹਰਿਆਣੇ ਨੇ ਤਰੱਕੀ ਕਰਕੇ ਫਸਲਾਂ ਦੇ ਵਿੱਚ ਕ੍ਰਾਂਤੀ ਲਿਆਂਦੀ ਹੈ, ਰੈਵੋਲੂਸ਼ਨ ਲਿਆਂਦਾ ਹੈ, ਇੱਥੇ ਦੀਆਂ ਸਾਡੀਆਂ ਯੂਨੀਵਰਸਿਟੀਆਂ ਨੇ ਰਿਸਰਚ ਕਰ ਕਰਕੇ ਬੀਜ ਇਹੋ ਜਿਹਾ ਤਿਆਰ ਕੀਤਾ, ਕਿਸਾਨਾਂ ਨੂੰ ਨਾਲ ਲਾਇਆ, ਉਹ ਉਹਨਾਂ ਨੂੰ ਇਸ ਲੈਵਲ ਤੇ ਹੀ ਪਹੁੰਚਾ ਦਿੱਤਾ ਵੀ ਇੱਕ ਖੇਤੀਬਾੜੀ 'ਚ ਪ੍ਰੋਡਕਸ਼ਨ ਦੇ ਵਿੱਚ ਰੈਵੋਲੂਸ਼ਨ ਲਿਆਂਦਾ ਜਿਹਦੇ ਨਾਲ ਸਾਰੇ ਹਿੰਦੁਸਤਾਨ ਦਾ ਢਿੱਡ ਭਰਿਆ। ਤੇ ਉਹ ਜਦੋਂ ਕਿਸਾਨ ਦੀ ਫਸਲ ਨੂੰ ਮੰਡੀਆਂ ਤੱਕ ਲਿਆਉਣ ਲਈ ਇੱਕ ਮੰਡੀਕਰਨ ਢਾਂਚਾ ਡਿਵੈਲਪ ਕੀਤਾ ਜਿਹੜਾ ਓਵਰ ਦਾ ਪੀਰੀਅਡ ਇੱਕ ਦਿਨ 'ਚ ਨਹੀਂ ਹੋਇਆ। ਮੰਡੀਆਂ ਐਸਟੈਬਲਿਸ਼ ਹੋਈਆਂ। ਅੱਜ ਤੁਸੀਂ ਰਿਕਾਰਡ ਕੱਢ ਲਓ ਸਾਰੇ ਹਿੰਦੁਸਤਾਨ ਦੀਆਂ ਜਿੰਨੀਆਂ ਮੰਡੀਆਂ, ਉਹਨਾਂ 'ਚੋਂ 25% ਤਾਂ ਪੰਜਾਬ 'ਚ ਨੇ। ਜੇ ਹਰਿਆਣਾ ਤੇ ਪੰਜਾਬ ਰਲਾ ਲਈਏ ਤੇ ਬਾਕੀਆਂ ਕੋਲ ਤਾਂ ਮੰਡੀਕਰਨ ਸਿਸਟਮ ਹੀ ਨਹੀਂ ਹੈ। ਇਸੇ ਹੀ ਮੰਡੀ ਫੀਸ ਨਾਲ ਜਿਹੜੀ ਰੂਰਲ ਸਾਡਾ ਜਿਹੜਾ ਪਿੰਡਾਂ ਦਾ ਵਿਕਾਸ ਹੁੰਦਾ ਆ, ਉੱਥੇ ਸੜਕਾਂ ਬਣਦੀਆਂ ਆ, ਕਿਉਂਕਿ ਫਸਲ ਜਿਹੜੀ ਉਗਣੀ ਹੈ ਉਹ ਕਿਸੇ ਨਾ ਕਿਸੇ ਰਾਸਤੇ ਰਾਹੀਂ ਮੰਡੀ ਤਾਈਂ ਪਹੁੰਚਣੀ ਹੈ। ਕਿਸਾਨਾਂ ਨੂੰ ਫੈਸਿਲਿਟੀਆਂ ਮਿਲੀਆਂ, ਉਹ ਸਾਰਾ ਕੁਝ ਇਹਦੇ ਤੇ ਹੀ ਡਿਪੈਂਡ ਕਰਦਾ। ਵੱਡਾ ਸਵਾਲ ਹੈ ਜੀ ਕਿ ਅੱਜ ਮੰਡੀ ਬੋਰਡ ਦੇ ਪੈਸੇ ਨਾਲ ਉਹ ਸੜਕਾਂ ਬਣਦੀਆਂ ਨੇ, ਖੇਤ ਤੋਂ ਲੈ ਕੇ ਮੰਡੀ ਤੱਕ ਕਿਸਾਨ ਦੀ ਫਸਲ ਵੀ ਹੋਣੀ ਹੈ, ਸਾਰਾ ਢਾਂਚਾ ਬਣਿਆ ਹੋਇਆ ਜੀ। ਤੇ ਜਦੋਂ ਨਾ ਇਹ ਮੰਡੀ ਫੀਸ ਰਹਿਣੀ ਹੈ, ਪ੍ਰਾਈਵੇਟ ਪਲੇਅਰ ਆ ਜਾਣੇ, ਤਾਂ ਕੀ ਇਸ ਕਾਨੂੰਨ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਹੈ ਰਸਤਾ? ਕੋਈ ਨਹੀਂ, ਖਰੀਦ ਕਰਨਗੇ ਫਿਰ ਉਹ ਕੋਈ ਰਾਸਤਾ ਨਹੀਂ, ਬਣਾ ਕੇ ਦੇਣਗੇ? ਕੋਈ ਰਾਸਤਾ ਨਹੀਂ। ਤੁਸੀਂ ਸਭ ਜਾਣਦੇ ਹੋ ਉਹਦੇ 'ਚ ਇਹਨਾਂ ਨੇ ਪ੍ਰੋਵੀਜ਼ਨ ਰੱਖਤਾ। ਮੈਂ ਕਿਸਾਨਾਂ ਨਾਲ ਰਿਲੇਟਡ ਕਰਦਿਆ, ਪਹਿਲਾਂ ਤਾਂ ਸਰਕਾਰ ਦਾ ਤਾਂ ਕੋਈ ਰੱਖਿਆ ਹੀ ਨਹੀਂ ਉਹਦੇ 'ਚ ਬਈ ਉਹਨਾਂ ਤੋਂ ਕੋਈ ਫੀਸ ਅਸੀਂ ਲੈ ਸਕੀਏ ਜਿਹਦੇ ਨਾਲ ਅਸੀਂ ਸਟੇਟ ਦੀ ਡਿਵੈਲਪਮੈਂਟ ਕਰ ਸਕੀਏ। ਕਿਸਾਨਾਂ ਵਾਸਤੇ ਵੀ ਅਗਰ ਕੋਈ ਉਹਦੀ ਪੇਮੈਂਟ ਨਹੀਂ ਕਰਦਾ ਤੇ SDM ਜਾਂ DC ਕੋਲ ਉਹ ਅਪੀਲ ਕਰ ਸਕਦਾ। ਤੁਸੀਂ ਜਾਣਦੇ ਹੋ SDM DC ਕੋਲ ਇੱਕ MNC ਦਾ, ਇੱਕ ਵੱਡੀ ਕੰਪਨੀ ਵਾਲੇ ਦਾ ਜਾਣਾ ਸੌਖਾ ਜਾਂ ਸਾਡੇ ਕਿਸਾਨ ਦਾ ਜਾਣਾ ਸੌਖਾ? ਉਹਨਾਂ ਨੂੰ ਉਹਨਾਂ ਦੇ ਹਵਾਲੇ ਕਰਨ ਵਾਲੀ ਗੱਲ ਕਰਤੀ। ਇੱਕ ਜਿਸ ਤਰ੍ਹਾਂ ਫੂਡ ਸਿਕਿਉਰਿਟੀ ਬਿੱਲ ਦੀ ਗੱਲ ਕਰ ਰਹੇ ਸੀਗੇ ਕਿ ਗਰੀਬ ਜਿਨ੍ਹਾਂ ਦੇ ਕੋਲੇ ਅਨਾਜ ਨਹੀਂ ਮਿਲ ਰਿਹਾ ਉਹਨਾਂ ਦੇ ਢਿੱਡ 'ਚ ਦਾਣਾ ਪਾਉਣ ਦੇ ਵੀ ਜਿਹੜਾ ਹੈਗਾ ਇੱਕ ਐਕਟ ਬਣਾਇਆ ਗਿਆ। ਤਾਂ ਜੇ ਖਰੀਦ ਮੰਨ ਲਓ ਏਜੰਸੀਆਂ ਨਹੀਂ ਕਰਦੀਆਂ ਤਾਂ ਉਹਨਾਂ ਗਰੀਬਾਂ ਦੇ ਅਨਾਜ ਦਾ ਕੀ ਹੋਊਗਾ ਜੀ? ਉਹ ਤੇ ਕੀ ਇੰਪੈਕਟ ਲੱਗਦਾ ਤੁਹਾਨੂੰ ਫੂਡ ਸਿਕਿਉਰਿਟੀ ਬਿੱਲ ਤੇ? ਇਹ ਇਹਨਾਂ ਦੀ ਗੱਲਬਾਤ ਚੱਲਦੀ ਪਈ ਹੈ ਵੀ ਅਸੀਂ ਖਰੀਦ ਹੀ ਉਨੀ ਕੁ ਕਰੀਏ ਜਿੰਨੀ ਕੁ ਸਾਨੂੰ ਫੂਡ ਸਿਕਿਉਰਿਟੀ ਦੇ ਵਿੱਚ ਡਿਸਟ੍ਰੀਬਿਊਸ਼ਨ 'ਚ ਜ਼ਰੂਰਤ ਆ। ਕਿਸਾਨ ਨੂੰ ਇਹ ਪਹਿਲਾਂ ਤੋਂ ਪਤਾ ਵੀ ਇਹ ਗੱਲਬਾਤ ਚੱਲਦੀ ਆ ਰਹੀ। ਕੈਪਟਨ ਸਾਹਿਬ ਅਸੀਂ ਲੋਕ ਇਹਨੂੰ ਗੱਲ ਨੂੰ ਰੋਕਦੇ ਆ ਰਹੇ ਵੀ ਇਸਦਾ ਠੀਕ ਨਹੀਂ, ਜੋ ਕਿਸਾਨ ਦੀ ਫਸਲ ਹੈ ਉਹ ਸਾਡੀ ਚੱਕਣੀ ਬਣਦੀ ਹੈ ਤਾਂ ਕਿ ਸਾਨੂੰ ਕਿਸਾਨ, ਅੱਜ ਤੱਕ ਕਿਸਾਨੀ ਤਾਂ ਵੈਸੇ ਹੀ ਡਾਮਾਡੋਲ ਹੋਈ ਪਈ ਹੈ, ਕਿਸਾਨ ਖੁਦਕੁਸ਼ੀਆਂ ਕਰਨ ਲੱਗਿਆ ਹੋਇਆ, ਉਹਨੂੰ ਇਸ ਮੌਕੇ ਤੇ ਉਹਦਾ ਹੱਥ ਛੱਡਣਾ ਵਾਜਬ ਨਹੀਂ ਬਣਦਾ। ਜਦੋਂ ਲੋੜ ਸੀਗੀ ਸਾਰੇ ਹਿੰਦੁਸਤਾਨ ਨੂੰ ਉਦੋਂ ਇਸੇ ਹੀ ਕਿਸਾਨ ਨੇ ਸਾਰੇ ਹਿੰਦੁਸਤਾਨ ਦਾ ਢਿੱਡ ਭਰਿਆ। ਅੱਜ ਜਦੋਂ ਉਹਨੂੰ ਜ਼ਰੂਰਤ ਹੈ ਤੁਹਾਨੂੰ ਖੜਨਾ ਚਾਹੀਦਾ ਨਾਲ। ਅੱਜ ਸਟੇਟ ਕੀ ਕਰੂਗੀ? ਦੇਖੋ ਪੰਜਾਬ ਦੇ ਤਾਂ ਸਿੱਧੇ ਤੌਰ ਤੇ ਜਿੱਦਾਂ ਕਹਿੰਦੇ ਕਿ ਘਰ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਆ ਪੰਜਾਬ ਦੇ, ਤਾਂ ਪੰਜਾਬ ਦੀ ਜ਼ਿੰਮੇਵਾਰੀ ਤਾਂ ਤੁਹਾਡੇ ਮੁੰਡਿਆਂ ਤੇ ਹੈ। ਤਾਂ ਹੁਣ ਅੱਜ ਤੁਹਾਡੀ ਸਰਕਾਰ ਆ ਪੰਜਾਬ 'ਚ, ਹੁਣ ਤੁਸੀਂ ਕੀ ਕਰੋਗੇ ਕਿ ਆਪਦਾ ਘਰ ਬਚਾਉਣਾ, ਆਪਦਾ ਸਟੇਟ ਬਚਾਉਣੀ ਹੈ? ਅਸੀਂ ਬਿਲਕੁਲ ਇਹਨੂੰ ਬੰਦ ਨਹੀਂ ਹੋਣ ਦੇਣਾ, ਹਰ ਲੜਾਈ ਲੜਨੀ ਹੈ। ਪਹਿਲਾਂ ਜੋ ਅਸੈਂਬਲੀ 'ਚ ਕਰ ਸਕਦੇ ਸੀ ਉਹ ਕਰਿਆ, ਕੰਸੈਂਸਸ ਕ੍ਰੀਏਟ ਕਰਨ ਵਾਸਤੇ ਸੀਗਾ CM ਸਾਹਿਬ ਨੇ ਉਹ ਕਰਨ ਦੀ ਕੋਸ਼ਿਸ਼ ਕੀਤੀ। ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਇਹਦੇ ਅਗੇਂਸਟ ਇੱਕ ਆਵਾਜ਼ ਖੜੀ ਕਰਨ ਦੀ ਕੋਸ਼ਿਸ਼ ਕੀਤੀ ਜੋ ਡੈਮੋਕ੍ਰੇਸੀ 'ਚ ਹੁੰਦਾ ਆ। ਉਸ ਤੋਂ ਬਾਅਦ ਵੀ ਸੈਂਟਰ ਗਵਰਨਮੈਂਟ ਨੇ ਮਤਲਬ ਗੱਲਬਾਤ ਕਰਨੀ ਵੀ ਗਵਾਰਾ ਨਹੀਂ ਸਮਝੀ ਵੀ ਚਲੋ ਇਹਦੇ ਤੇ ਕੋਈ ਡਿਸਕਸ਼ਨ ਹੀ ਕਰ ਲਈਏ। ਇੱਕ ਰਿਜ਼ੈਂਟਮੈਂਟ ਆਈ ਤੇ CM ਦੀ ਚਿੱਠੀ ਆ ਗਈ, ਉੱਥੇ ਦੀਆਂ ਜਥੇਬੰਦੀਆਂ ਇਹ ਚਾਹੁੰਦੀਆਂ
ਕੋਈ ਪੁੱਛਿਆ ਨਹੀਂ, ਆਰਬਿਟਰਰੀ ਬਸ ਜਿਵੇਂ ਡਿਕਟੇਟਰਸ਼ਿਪ ਹੈ ਉਧਰਲੇ ਪਾਸੇ ਨੂੰ ਚੱਲੇ ਜਾਂਦੇ ਪਏ ਨੇ। ਇਹਨੂੰ ਪਹਿਲਾਂ ਆਰਡੀਨੈਂਸ ਇਸ਼ੂ ਕਰਤਾ, ਹੁਣ ਅਸੀਂ ਇਹਨੂੰ ਬਿੱਲ 'ਚ ਤਬਦੀਲ ਕਰਾਂਗੇ। ਹੁਣ ਬਿੱਲ ਰਾਸ਼ਟਰਪਤੀ ਕੋਲ ਚੱਲ ਜਾਊਗਾ, ਆ ਕੇ ਲਾਗੂ ਹੋਣ ਦੀ ਕੋਸ਼ਿਸ਼ ਹੋ ਜਾਏਗੀ ਸ਼ੁਰੂ। ਇਹਦੇ ਵਿੱਚ ਜਿਹੜੇ ਲੀਗਲ ਆਪਸ਼ਨਸ ਨੇ ਹੁਣ ਅਸੀਂ ਉਹ ਆਪਟ ਕਰਾਂਗੇ, ਸੁਪਰੀਮ ਕੋਰਟ 'ਚ ਇਹਦੇ ਅਗੇਂਸਟ ਜਾਵਾਂਗੇ ਵੀ ਇਹ ਤਾਂ ਜਿਹੜਾ ਐਗਰੀਕਲਚਰ ਸਬਜੈਕਟ ਸਟੇਟ ਦਾ ਹੈ, ਇਹਨੂੰ ਜੇ ਬੈਕਡੋਰ ਰਾਹੀਂ ਕਿਸੇ ਕਲੌਜ਼ ਨੂੰ ਤੁਸੀਂ ਯੂਜ਼ ਕਰਕੇ ਇਹਨੂੰ ਆਰਡੀਨੈਂਸ ਇਸ਼ੂ ਕਰਦੇ ਹੋ ਤਾਂ ਉਹ ਚੰਗੀ ਗੱਲ ਨਹੀਂ ਹੈ। ਸਟੇਟਾਂ ਦੇ ਅਧਿਕਾਰ ਸਟੇਟਾਂ ਕੋਲ ਰਹਿਣੇ ਚਾਹੀਦੇ। ਸਾਡਾ ਫੈਡਰਲ ਢਾਂਚਾ ਕਿਉਂ ਖਰਾਬ ਹੋ ਰਿਹਾ, ਉਹਦੇ 'ਚ ਮੈਨੂੰ ਲੱਗਦਾ ਕੋਰਟ ਜ਼ਰੂਰ ਇੰਟਰਵੀਨ ਕਰੂਗੀ ਇਹਦੇ ਜਿਹੜੇ ਬਿਲਸ ਨੇ ਉਹਨਾਂ ਦੇ ਅਗੇਂਸਟ। ਇੱਕ ਲਾਸਟ ਮੈਂ ਜ਼ਰੂਰ ਪੁੱਛਣਾ ਚਾਹੂੰਗਾ ਜੀ ਕਿ ਇਸ ਵਾਰੀ ਫਸਲ ਮੰਡੀਆਂ 'ਚ ਆਉਣ ਵਾਲੀ ਹੈ, ਕੋਈ ਜ਼ਿਆਦਾ ਸਮਾਂ ਨਹੀਂ ਬਚੇਗਾ, ਤੁਹਾਡੀ ਤਿਆਰੀ ਹੈ। ਕਿਸਾਨ ਨੂੰ ਇੱਕ ਜਾਂਦਿਆਂ ਦੇ ਕਲੀਅਰ ਕਰ ਦਿਓ ਜੀ ਕਿ ਇਸੇ ਫਸਲ ਤੇ ਕਿਸਾਨ ਦੀ ਤੇ ਅਸਰ ਪੈ ਸਕਦਾ ਹੈ ਇਸ ਬਿੱਲ ਦਾ, ਜਾਂ ਇਹਦਾ ਹਜੇ ਟਾਈਮ ਲੱਗ ਸਕਦਾ? ਕਿ ਕਿਸਾਨਾਂ ਨੂੰ ਤੁਹਾਡੇ ਤੇ ਇਸ ਫਸਲ ਦੀ ਪ੍ਰੋਕਿਉਰਮੈਂਟ ਤੇ ਕੋਈ ਫਰਕ ਨਹੀਂ ਪਏਗਾ। ਉਵੇਂ ਹੀ ਫਸਲ ਦਾ, ਕਿਸਾਨ ਦੀ ਮਿਹਨਤ ਦੀ ਫਸਲ ਦਾ ਇੱਕ ਇੱਕ ਦਾਣਾ ਚੱਕਿਆ ਜਾਏਗਾ। ਇਹ ਮੈਂ ਐਸ਼ੋਰ ਕਰਦਾ ਕੈਪਟਨ ਸਾਹਿਬ ਬਕਾਇਦਾ ਤੌਰ ਤੇ ਇਹੋ ਜਿਹੇ ਹਾਲਾਤਾਂ 'ਚ ਵੀ, ਜਦੋਂ ਕਰੋਨਾ ਦੇ ਹਾਲਾਤ ਹੋਣ, ਜਦੋਂ ਇਹ ਬਿੱਲ ਇਸ਼ੂ ਹੋ ਜਾਣ, ਉਹਦੇ ਵਿੱਚ ਵੀ ਇਹਨੂੰ ਰੋਕਣ ਵਾਸਤੇ ਵੀ ਗੱਲਬਾਤ ਕਰਨੀ। ਫਿਰ ਵੀ ਜਿਹੜੀ ਪ੍ਰੋਕਿਉਰਮੈਂਟ ਦੀ ਤਿਆਰੀ ਆਪ ਮੋਨੀਟਰ ਕਰਦੇ ਹੈ, ਉਹ ਆਪ ਦੇਖ ਰਹੇ ਹੈ, ਕਿਉਂਕਿ ਇਸ ਵੇਲੇ ਕੋਵਿਡ ਵੀ ਤੁਸੀਂ ਸਮਝਦੇ ਹੋ ਬਿਲਕੁਲ ਕਿੰਨੇ ਹਾਈ ਲੈਵਲ ਤੇ ਪਹੁੰਚਿਆ ਹੋਇਆ ਹੈ, ਤੇ ਸਟੈਗਰਡ ਵੇ ਨਾਲ ਕਿਸਾਨਾਂ ਨੂੰ ਕੋਈ ਜਾਨ ਮਾਲ ਦਾ ਨੁਕਸਾਨ ਨਾ ਹੋਵੇ, ਉਹਨਾਂ ਦੀ ਫਸਲ ਵੀ ਚੱਕੀ ਜਾਵੇ, ਉਹਨੂੰ ਮੁੱਲ ਵੀ ਪੂਰਾ ਪਹੁੰਚ ਜਾਏ। ਇਹ ਬਕਾਇਦਾ ਤੌਰ ਤੇ ਉਹਦੇ ਸਾਰੇ ਅਰੇਂਜਮੈਂਟ ਦੇਖੇ ਜਾ ਰਹੇ ਹੈ। ਮੰਡੀਆਂ ਦੀ ਤਾਦਾਦ ਵਧਾਈ ਜਾ ਰਹੀ ਹੈ। ਹੁਣ ਸੈਂਟਰ ਗਵਰਨਮੈਂਟ ਵੀ ਜਾਗੀ ਹੈ, ਉਹ ਵੀ ਚਿੱਠੀ ਲਿਖ ਰਹੀ ਹੈ ਵੀ ਦੱਸੋ ਪੰਜਾਬ ਕਿੰਨੀਆਂ ਮੰਡੀਆਂ ਬਣਾ ਰਿਹਾ, ਜਦ ਕਿ ਪਿਛਲੀ ਵਾਰ ਪੰਜਾਬ ਨੇ ਇੱਕ ਢਾਂਚਾ ਇਸਟੈਬਲਿਸ਼ ਕਰਕੇ ਸਾਰੀ ਦੁਨੀਆ ਦੇ ਵਿੱਚ ਇੱਕ ਐਗਜ਼ਾਮਪਲ ਸੈੱਟ ਕਰ ਦਿੱਤੀ। ਉਦੋਂ 4000 ਤੋਂ ਉੱਤੇ ਦੀਆਂ ਮੰਡੀਆਂ ਬਣਾ ਕੇ ਪ੍ਰੋਕਿਉਰਮੈਂਟ ਕੀਤੀ ਔਰ ਕਿਸੇ ਨੂੰ ਤੁਸੀਂ ਆਪ ਮੰਡੀਆਂ 'ਚ ਘੁੰਮਦੇ ਰਹੇ, ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ। ਇਸ ਵਾਰ ਵੀ ਉਸ ਵੇਲੇ ਤਾਂ ਸਾਡੇ ਕੋਲ ਟਾਈਮ ਨਹੀਂ ਸੀ, ਇਸ ਵਾਰ ਬਕਾਇਦਾ ਟਾਈਮ ਹੈ। ਉਹਦੇ ਤੇ ਜੋ ਪਿਛਲੀ ਵਾਰ 'ਚੋਂ ਤਜਰਬਿਆਂ 'ਚੋਂ ਇਹ ਨਿਕਲਿਆ ਵੀ ਆ ਕਮੀਆਂ ਇਹ ਦੂਰ ਕਰਨੀਆਂ, ਕਿਉਂਕਿ ਇਸ ਵਾਰ ਕਣਕ ਆਈ ਸੀਗੀ 128-29 ਲੱਖ ਮੀਟ੍ਰਿਕ ਟਨ ਦੇ ਕਰੀਬ। ਐਤਕੀ ਫਸਲ ਵੀ ਜ਼ਿਆਦਾ ਆਣੀ ਹੈ। ਪੈਡੀ ਸਾਡੇ ਕੋਲ ਰੂਟੀਨ 'ਚ 170 ਲੱਖ ਮੀਟ੍ਰਿਕ ਟਨ ਦੇ ਕਰੀਬ ਅਸੀਂ ਤਿਆਰੀ ਕਰੀ ਹੈ, ਤੇ ਅਸੀਂ ਚਾਹਾਂਗੇ ਮੰਡੀਆਂ ਹੋਰ ਜ਼ਿਆਦਾ ਬਣਨ ਤਾਂ ਕਿ ਤਰੀਕੇ ਨਾਲ ਆ ਜਾਣ। ਇਹਦੇ 'ਚ ਥੋੜ੍ਹਾ ਆਪਰੇਸ਼ਨ ਵੀ ਫਰਕ ਹੁੰਦਾ, ਕਿਉਂਕਿ ਇਹ ਫਸਲ ਜਿਹੜੀ ਗਡਾਊਨਾਂ 'ਚ ਕਣਕ ਜਾਂਦੀ ਹੈ, ਇਹ ਸ਼ੈਲਰਾਂ 'ਚ ਜਾਂਦੀ ਹੈ, ਤੇ ਅਸੀਂ ਉਹਦੇ ਤੇ ਵੀ ਨਿਗਾਹ ਰੱਖਣੀ ਹੈ, ਕੋਈ ਗੜਬੜ ਨਾ ਹੋ ਜਾਏ। ਦੇਸੀ ਸ਼ਬਦਾਂ 'ਚ ਇਹ ਦੱਸ ਦਿਓ ਵੀ ਜਦੋਂ ਇਹ ਬਿੱਲ ਲਾਗੂ ਹੋਣੇ ਨੇ ਸਾਡੇ ਸੂਬੇ 'ਚ, ਜੀ, ਕਿਉਂਕਿ ਕੇਂਦਰ ਨੇ ਥੋਪਤੇ ਜੀ, ਉਦੋਂ ਕਿਵੇਂ ਹੋਣੇ ਨੇ, ਇਹ ਸਾਡੇ ਕਿਸਾਨ ਨੂੰ ਦੱਸ ਦਿਓ ਕਿ ਜਿੰਨੀ ਦੇਰ ਤੱਕ ਉੱਥੋਂ ਕੋਈ ਨੋਟੀਫਿਕੇਸ਼ਨ ਹੋਣਾ ਜਾਂ ਕੀ ਹੋਣਾ, ਤੇ ਉਸ ਤੋਂ ਬਾਅਦ ਜੇ ਮੰਨ ਲਓ ਤੁਹਾਡੇ ਤੇ ਤਲਵਾਰ ਆ ਕੇ ਲਟਕ ਗਈ ਤਾਂ ਤੁਹਾਨੂੰ ਸਰੈਂਡਰ ਕਰਨਾ ਪਏਗਾ, ਤੁਹਾਨੂੰ ਲਾਗੂ ਕਰਨਾ ਪਏਗਾ। ਜਦੋਂ ਇਹ ਲਾਗੂ ਹੋਣ ਲੱਗ ਗਏ, ਇਹ ਜਿਹੜੇ ਬਿੱਲ ਨੇ ਜਿਹੜੇ ਹੁਣ ਸੈਂਟਰ ਗਵਰਨਮੈਂਟ ਨੇ ਕਰੇ ਹੈ, ਨਹੀਂ ਹੱਥ ਕਿਉਂ ਖੜੇ ਹੋਣਗੇ? ਸਟੇਟਾਂ ਨੇ ਆਪਣੀਆਂ ਸਟੇਟਾਂ ਮਰਨ ਥੋੜੀ ਦੇਣੀਆਂ ਸਟੇਟ ਗਵਰਨਮੈਂਟ ਨੇ। ਜਿਹੜੇ ਸਾਡੇ ਕਿਸਾਨ ਹੈ ਉਹਨਾਂ ਨਾਲ ਅਸੀਂ ਦੌੜ ਥੋੜੀ ਜਾਵਾਂਗੇ। ਜੋ ਸਟੇਟ ਗਵਰਨਮੈਂਟ ਕੋਲ ਬਣਦਾ ਹੋਏਗਾ ਆਪਣੇ ਲੈਵਲ ਤੇ, ਜੋ ਕਰਨਾ ਪਿਆ ਉਹ ਜ਼ਰੂਰ ਕੀਤਾ ਜਾਏਗਾ। ਕਿਸਾਨ ਨੂੰ ਮਜ਼ਦਾਰ 'ਚ ਇੱਦਾਂ ਵਿੱਚ ਵਿਚਾਲੇ ਨਹੀਂ ਛੱਡਿਆ ਜਾ ਸਕਦਾ। ਉਹਨਾਂ ਦੀ ਆਖਰੀ ਸਾਹ ਤੱਕ ਰਹੇਗੀ। ਉਹਨਾਂ ਦੀ ਫਸਲ ਜਿਸ ਕੈਪਟਨ ਅਮਰਿੰਦਰ ਸਿੰਘ ਜੀ ਦਾ ਨਾਮ ਹੈ ਇਸ ਗੱਲ 'ਚ ਵੀ, ਜਦੋਂ ਉਹ ਚੀਫ ਮਿਨਿਸਟਰ ਹੁੰਦੇ ਆ ਫਸਲ ਰੁਲਦੀ ਨਹੀਂ ਕਿਸਾਨ ਦੀ। ਪਹਿਲੇ 5 ਸਾਲ 'ਚ ਵੀ 10 ਫਸਲਾਂ ਚੱਕੀਆਂ ਤੇ ਹੁਣ ਵੀ 7 ਫਸਲਾਂ ਚੱਕੀਆਂ ਜਾ ਚੁੱਕੀਆਂ। ਤੁਸੀਂ ਵੀ ਇਸ ਗੱਲ ਦੇ ਗਵਾਹ ਹੋ। ਕਿਸੇ ਕਿਸਾਨ ਨੂੰ ਕਿਤੇ ਮੁਸ਼ਕਿਲ ਨਹੀਂ ਆਉਣ ਦਿੱਤੀ, ਤੇ ਉਹਨਾਂ ਦਾ ਅੱਜ ਵੀ ਇਹੀ ਹੈ। ਅਸੀਂ ਜਿਹੜੀਆਂ ਮੀਟਿੰਗਾਂ ਕਰਦੇ ਹਾਂ ਬਕਾਇਦਾ ਤੌਰ ਤੇ ਉਹ ਰਿਵਿਊ ਕਰਦੇ ਆ, ਔਰ ਉਹਨਾਂ ਦਾ ਇਹ ਪਹਿਲਾ ਹੀ ਸੋਚ ਆ ਵੀ ਕਿਸੇ ਕਿਸਾਨ ਨੂੰ ਕੋਈ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ। ਤੇ ਅੱਜ ਦੀ ਪ੍ਰੋਕਿਉਰਮੈਂਟ ਜਿਹੜੀ ਸਾਹਮਣੇ ਆਈ, ਜੋ ਤੁਸੀਂ ਪਹਿਲਾ ਸਵਾਲ ਪੁੱਛਿਆ, ਉਹਦੇ ਤੇ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਏਗੀ। ਤੇ ਅੱਗੋਂ ਕੋਸ਼ਿਸ਼ ਰਹੇਗੀ ਵੀ ਕਿਸਾਨਾਂ ਦੀ MSP ਬਿਲਕੁਲ ਡਿਸਟਰਬ ਨਾ ਹੋਵੇ। ਉਹਦੇ ਵਾਸਤੇ ਕੋਈ ਵੀ ਕਿਸੇ ਵੀ ਲੈਵਲ ਤੇ ਜਾਣਾ ਪਿਆ, ਸਟੇਟ ਗਵਰਨਮੈਂਟ ਜ਼ਰੂਰ ਜਾਏਗੀ। ਕੈਪਟਨ ਅਮਰਿੰਦਰ ਸਿੰਘ ਜੀ ਪਹਿਲਾਂ ਹੀ ਪੰਜਾਬ ਦੇ ਲੋਕਾਂ ਨਾਲ, ਕਿਸਾਨਾਂ ਨਾਲ ਇਹ ਵਾਅਦਾ ਕਰ ਚੁੱਕੇ ਆ, ਤੇ ਉਹਦੇ ਵਾਸਤੇ ਕੀ ਸਿਸਟਮ ਡਿਵੈਲਪ ਕਰਨੇ ਆ ਮੌਕੇ ਤੇ, ਉਹ ਵੀ ਡਿਵੈਲਪ ਹੋ ਜਾਣਗੇ। ਬਹੁਤ ਬਹੁਤ ਸ਼ੁਕਰੀਆ ਜੀ। ਤਾਂ ਸਪਸ਼ਟ ਤੌਰ ਤੇ ਭਾਰਤ ਭੂਸ਼ਣ ਆਸ਼ੂ ਜੀ ਉਹਨੇ ਸਾਫ਼ ਕਰ ਰਹੇ ਨੇ ਕਿ ਇਸ ਵਾਰ ਜਿਹੜਾ ਹੁਣ ਝੋਨੇ ਦੀ ਫਸਲ ਮੰਡੀਆਂ ਦੇ ਵਿੱਚ ਆਉਣ ਵਾਲੀ ਹੈ, ਇਸ ਤੇ ਤਾਂ ਇਸ ਬਿੱਲ ਦਾ ਕੋਈ ਅਸਰ ਨਹੀਂ ਪਵੇਗਾ। ਪਰ ਕਿਉਂਕਿ ਕੇਂਦਰ ਨੇ ਬਿੱਲ ਜਦੋਂ ਇੰਪਲੀਮੈਂਟ ਕਰਨੇ ਨੇ ਤਾਂ ਉਦੋਂ ਉਹਨਾਂ ਨੂੰ ਕਿਵੇਂ ਰੋਕਣਾ, ਤਾਂ ਆਉਣ ਵਾਲੀਆਂ ਫਸਲਾਂ ਤੇ ਇਸ ਦਾ ਅਸਰ ਨਾ ਪਵੇ। ਕਹਿੰਦੇ ਨੇ ਕਿ ਆਖਰੀ ਸਾਹ ਤੱਕ ਲੜਾਈ ਸਾਡੀ ਜਾਰੀ ਰਹੇਗੀ ਔਰ ਹਰ ਵਾਰ ਲਾਈ ਜਾਏਗੀ ਕਿ ਪੰਜਾਬ ਦੇ ਵਿੱਚ ਇਹ ਬਿੱਲ ਰੋਕੇ ਜਾ ਸਕਣ। ਕਿਵੇਂ ਰੁਕਣਗੇ, ਕੀ ਕੁਝ ਹੋਏਗਾ, ਕਿਸਾਨ ਦੇ ਹੱਕ ਕਿਵੇਂ ਬਚਣਗੇ, ਸਮਾਂ ਦੱਸੇਗਾ।
ਪਰ ਫਿਲਹਾਲ ਚਾਰਾਜੋਈ ਹਰ ਪਾਸੋਂ ਜਾਰੀ ਹੈ। ਕੈਮਰਾਮੈਨ ਵਿਨੋਦ ਦੇ ਨਾਲ ਨਪਿੰਦਰ ਸਿੰਘ ਦਾ, ਨਿਊਜ਼ 18 ਚੰਡੀਗੜ੍ਹ।